ਸਤਿ ਸ੍ਰੀ ਅਕਾਲ ਦੋਸਤੋ, ਤੁਹਾਡਾ ਸਾਡੇ ਚੈਨਲ ਵੀ ਕਿਊ ਕਲਾਸਿਸ 'ਤੇ ਸਵਾਗਤ ਹੈ। ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਤੁਹਾਡੇ ਬਾਕੀ ਦੋਸਤਾਂ ਤੱਕ ਵੀ ਇਹ ਵੀਡੀਓ ਪਹੁੰਚ ਸਕੇ। ਜੋ ਤੁਹਾਡੇ ਦੋਸਤ FCI ਵਾਚਮੈਨ ਦੀ ਤਿਆਰੀ ਕਰਨਾ ਚਾਹੁੰਦੇ ਹਨ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ। ਜੇ ਤੁਸੀਂ 30 ਦੇ ਵਿੱਚੋਂ 30 ਨੰਬਰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਤੁਹਾਨੂੰ ਸਾਡੇ ਚੈਨਲ ਉੱਤੇ ਬਹੁਤ ਵਧੀਆ ਤਰੀਕੇ ਨਾਲ GK, ਮੈਥ, ਰੀਜ਼ਨਿੰਗ, ਇੰਗਲਿਸ਼, ਕੰਪਿਊਟਰ ਅਤੇ ਹੋਰ ਜਿੰਨੇ ਵੀ ਸਬਜੈਕਟ ਹਨ ਉਹਨਾਂ ਦੀ ਬਹੁਤ ਵਧੀਆ ਤਰੀਕੇ ਨਾਲ ਤਿਆਰੀ ਕਰਵਾਈ ਜਾਵੇਗੀ। ਤੁਸੀਂ ਜਿਸ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਉਸ ਐਗਜ਼ਾਮ ਬਾਰੇ ਜਾਂ ਉਸ ਡਿਪਾਰਟਮੈਂਟ ਬਾਰੇ ਵੀ ਥੋੜ੍ਹੀ ਬਹੁਤ ਨੌਲੇਜ ਹੋਣੀ ਜ਼ਰੂਰੀ ਹੈ, ਕਿਉਂਕਿ ਉਸ ਡਿਪਾਰਟਮੈਂਟ ਰਿਲੇਟਡ ਵੀ ਕਈ ਵਾਰ ਜੋ ਕੁਐਸਚਨ ਹਨ ਉਹ ਪੇਪਰ ਦੇ ਵਿੱਚ ਪੁੱਛੇ ਜਾਂਦੇ ਹਨ। ਇਸ ਲਈ ਆਪਾਂ ਸਭ ਤੋਂ ਪਹਿਲਾਂ ਅੱਜ FCI ਬਾਰੇ ਹੀ ਚਰਚਾ ਕਰਾਂਗੇ ਕਿ ਇਹ ਡਿਪਾਰਟਮੈਂਟ ਕਦੋਂ ਸ਼ੁਰੂ ਹੋਇਆ ਅਤੇ ਇਸ ਦਾ ਹੈੱਡਕੁਆਟਰ ਕਿੱਥੇ ਹੈ, ਇਸ ਦੇ ਕੀ ਕੰਮ ਹੁੰਦੇ ਹਨ, ਇਸ ਬਾਰੇ ਆਪਾਂ ਨੂੰ ਜਾਣਨਾ ਜ਼ਰੂਰੀ ਹੈ। ਆਪਾਂ ਸਭ ਤੋਂ ਪਹਿਲਾਂ ਅੱਜ FCI ਬਾਰੇ ਚਰਚਾ ਕਰਾਂਗੇ। ਹੁਣ ਆਪਾਂ FCI ਬਾਰੇ ਚਰਚਾ ਕਰਦੇ ਹਾਂ। ਸਭ ਤੋਂ ਪਹਿਲਾਂ ਪੇਪਰ ਦੇ ਵਿੱਚ ਜੋ FCI ਦੀ ਫੁੱਲ ਫਾਰਮ ਹੈ ਉਹ ਪੁੱਛੀ ਜਾਂਦੀ ਹੈ, ਉਸ ਬਾਰੇ ਸਾਨੂੰ ਧਿਆਨ ਹੋਣਾ ਚਾਹੀਦਾ ਹੈ ਕਿ FCI ਦੀ ਫੁੱਲ ਫਾਰਮ ਕੀ ਹੈ। ਜੋ FCI ਦੀ ਫੁੱਲ ਫਾਰਮ ਹੈ ਉਸ ਦਾ ਨਾਮ FCI ਦੀ ਜੋ ਫੁੱਲ ਫਾਰਮ ਹੈ ਉਹ ਫੂਡ ਕਾਰਪੋਰੇਸ਼ਨ ਆਫ ਇੰਡੀਆ ਜੋ FCI ਦੀ ਫੁੱਲ ਫਾਰਮ ਹੈ ਸਾਨੂੰ ਇਹ ਯਾਦ ਹੋਣੀ ਜ਼ਰੂਰੀ ਹੈ। ਇਸ ਤੋਂ ਬਾਅਦ ਸਾਨੂੰ ਇਹ ਪਤਾ ਹੋਣਾ ਜ਼ਰੂਰੀ ਹੈ ਕਿ FCI ਕਦੋਂ ਬਣਿਆ ਸੀ। ਜੋ FCI ਹੈ ਇਹ ਜੋ ਐਕਟ ਸੀ 1964 ਦੇ ਅਧੀਨ ਐਕਟ 1964 ਦੇ ਵਿੱਚ ਪਾਸ ਹੋ ਗਿਆ ਸੀ, ਪਰ ਇਹ ਜੋ FCI ਹੈ ਬਣਿਆ 1965 ਦੇ ਵਿੱਚ ਸੀ। ਤੁਹਾਨੂੰ ਪ੍ਰਸ਼ਨ ਦੇ ਵਿੱਚ ਜੇ ਐਕਟ ਪੁੱਛਿਆ ਜਾਵੇ ਤਾਂ ਤੁਸੀਂ ਆਨਸਰ 1964 ਕਹੋਗੇ, ਪਰ ਜੇ ਇਹ ਇਸ ਤਰ੍ਹਾਂ ਪੁੱਛਿਆ ਜਾਵੇ ਕਿ FCI ਕਦੋਂ ਬਣਿਆ ਸੀ ਤਾਂ ਇਹ 1965 ਦੇ ਵਿੱਚ ਬਣਿਆ ਸੀ। FCI ਦਾ ਜੋ ਹੈੱਡਕੁਆਟਰ ਹੈ ਇਹ ਦਿੱਲੀ ਦੇ ਵਿੱਚ ਹੈ, ਪਰ ਜਦੋਂ FCI 1965 ਦੇ ਵਿੱਚ ਬਣਿਆ ਸੀ ਤਾਂ ਇਸ ਦਾ ਹੈੱਡਕੁਆਟਰ ਚੇਨਈ ਦੇ ਵਿੱਚ ਸੀ। ਜੋ FCI ਦਾ ਕੰਮ ਹੁੰਦਾ ਹੈ ਇਹ ਕਣਕ ਦੇ ਸਟਾਕ ਦਾ ਪ੍ਰਬੰਧ ਕਰਦਾ ਹੈ। ਤੁਸੀਂ ਸ਼ਹਿਰਾਂ ਦੇ ਵਿੱਚ ਬਹੁਤ ਵੱਡੇ ਵੱਡੇ ਗੋਦਾਮ ਦੇਖੇ ਹੋਣਗੇ ਜਿਨ੍ਹਾਂ ਦੇ ਵਿੱਚ ਕਣਕ ਸਟੋਰ ਕੀਤੀ ਜਾਂਦੀ ਹੈ, ਇਹ ਸਾਰੇ FCI ਦੇ ਹੀ ਅੰਡਰ ਹੁੰਦੇ ਹਨ। ਅਤੇ ਇਹਨਾਂ ਦੇ ਬਾਹਰ ਜੋ ਸਿਕਿਉਰਿਟੀ ਗਾਰਡ, ਗੋਦਾਮਾਂ ਦੇ ਬਾਹਰ ਸਿਕਿਉਰਿਟੀ ਗਾਰਡ ਖੜ੍ਹੇ ਹੁੰਦੇ ਹਨ, ਉਸ ਪੋਸਟ ਉੱਤੇ ਹੀ ਤੁਹਾਨੂੰ ਤੈਨਾਤ ਕੀਤਾ ਜਾਵੇਗਾ ਅਤੇ ਇਹਨਾਂ ਦੇ ਗੋਦਾਮਾਂ ਦੇ ਵਿੱਚ ਅਤੇ ਗੋਦਾਮਾਂ ਦੇ ਬਾਹਰ ਤੁਹਾਨੂੰ ਖੜਵਾਇਆ ਜਾਏਗਾ। ਇਸ ਲਈ ਤੁਹਾਨੂੰ ਇਹ ਪਤਾ ਹੋਣਾ ਜ਼ਰੂਰੀ ਹੈ ਕਿ FCI ਕਦੋਂ ਬਣਿਆ। ਤੁਸੀਂ ਆਸਾਨੀ ਨਾਲ ਯਾਦ ਰੱਖ ਸਕਦੇ ਹੋ ਕਿ ਜੋ FCI 1964 ਐਕਟ ਦੇ ਅਧੀਨ ਪਾਸ ਹੋਇਆ, ਪਰ ਜੋ ਇਸ ਦੀ ਸਥਾਪਨਾ 1965 ਦੇ ਵਿੱਚ ਹੋਈ। ਹੈੱਡਕੁਆਟਰ ਹੈ ਜੋ FCI ਦਾ ਇਹ ਦਿੱਲੀ ਦੇ ਵਿੱਚ ਹੈ ਅਤੇ ਜੋ ਇਸ ਦਾ ਕੰਮ ਹੁੰਦਾ ਹੈ FCI ਦਾ, ਇਹ ਕਣਕ ਦੇ ਸਟਾਕ ਦਾ ਪ੍ਰਬੰਧ ਕਰਦਾ ਹੈ। ਇੰਨੀਆਂ ਗੱਲਾਂ ਤੁਹਾਨੂੰ FCI ਬਾਰੇ ਪਤਾ ਹੋਣੀਆਂ ਜ਼ਰੂਰੀ ਹਨ। ਤੁਹਾਨੂੰ ਸਭ ਨੂੰ ਇੱਥੋਂ ਤੱਕ ਸਮਝ ਆ ਗਿਆ ਹੋਣਾ ਹੈ। ਹੁਣ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। ਜੋ ਆਪਣਾ ਸੈਕਿੰਡ ਕੁਐਸਚਨ ਬਣਦਾ ਹੈ ਨਾਬਾਰਡ ਬਾਰੇ ਕੁਝ ਸਟੂਡੈਂਟ ਜਾਣਦੇ ਹੋਣਗੇ, ਕਈਆਂ ਨੇ ਇਹ ਨਾਮ ਪਹਿਲੀ ਵਾਰ ਹੀ ਸੁਣਿਆ ਹੈ। ਇਸ ਦੀ ਜੋ ਫੁੱਲ ਫਾਰਮ ਹੁੰਦੀ ਹੈ ਨੈਸ਼ਨਲ ਬੈਂਕ ਫੋਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ। ਇਹ ਨਾਬਾਰਡ ਇੱਕ ਬੈਂਕ ਹੈ ਜੋ ਖੇਤੀ ਰਿਲੇਟਡ ਜੋ ਲੋਨ ਹਨ ਜਾਂ ਗ੍ਰਾਮੀਣ ਬੈਂਕ ਹੈ ਉਹਨਾਂ ਦੇ, ਜਿਸ ਤਰ੍ਹਾਂ ਜੋ ਬਾਕੀ ਬੈਂਕ ਹਨ ਸੈਂਟਰ ਗੌਰਮੈਂਟ ਦੇ, ਉਹ ਸਾਰੇ RBI ਦੇ ਅੰਡਰ ਹੁੰਦੇ ਹਨ, ਪਰ ਜੋ ਗ੍ਰਾਮੀਣ ਬੈਂਕ ਹੁੰਦੇ ਹਨ ਉਹ ਨਾਬਾਰਡ ਬੈਂਕ ਦੇ ਅੰਡਰ ਹੁੰਦੇ ਹਨ ਅਤੇ ਇਹ ਨਾਬਾਰਡ ਇਹਨਾਂ ਦੀ ਦੇਖ ਰੇਖ ਕਰਦਾ ਹੈ। ਤੁਹਾਨੂੰ ਇਸ ਦੀ ਫੁੱਲ ਫਾਰਮ ਯਾਦ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਪੇਪਰ ਦੇ ਵਿੱਚ ਇਹ ਫੁੱਲ ਫਾਰਮ ਬਹੁਤ ਵਾਰ ਪੁੱਛੀ ਜਾਂਦੀ ਹੈ ਕਿ ਨਾਬਾਰਡ ਦੀ ਫੁੱਲ ਫਾਰਮ ਕੀ ਹੈ। ਨਾਬਾਰਡ ਦੀ ਫੁੱਲ ਫਾਰਮ ਨੈਸ਼ਨਲ ਬੈਂਕ ਫੋਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਹੈ। ਇਸ ਤੋਂ ਬਾਅਦ ਨਾਬਾਰਡ ਦਾ ਹੈੱਡਕੁਆਟਰ ਤੁਹਾਨੂੰ ਯਾਦ ਹੋਣਾ ਬਹੁਤ ਜ਼ਰੂਰੀ ਹੈ। ਨਾਬਾਰਡ ਦਾ ਹੈੱਡਕੁਆਟਰ ਮੁੰਬਈ ਦੇ ਵਿੱਚ ਹੈ। ਇਸ ਦੀ ਸਥਾਪਨਾ 12 ਜੁਲਾਈ 1982 ਨੂੰ ਹੋਈ ਸੀ। ਅਤੇ ਜੋ ਇਹ ਕਮੇਟੀ ਹੈ ਸ਼ਿਵ ਰਮਨ ਕਮੇਟੀ, ਇਸ ਬਾਰੇ ਬਹੁਤ ਵਾਰ ਪੁੱਛਿਆ ਜਾਂਦਾ ਹੈ ਕਿ ਨਾਬਾਰਡ ਦੀ ਜੋ ਸਥਾਪਨਾ ਹੈ ਕਿਸ ਕਮੇਟੀ ਦੇ ਅੰਡਰ ਹੋਈ ਸੀ ਜਾਂ ਕਿਸ ਕਮੇਟੀ ਨੇ ਫੈਸਲਾ ਲਿਆ ਸੀ ਕਿ ਨਾਬਾਰਡ ਦੀ ਸਥਾਪਨਾ ਕੀਤੀ ਜਾਵੇ। ਇਹ ਕਮੇਟੀ ਜੋ ਸ਼ਿਵ ਰਮਨ ਕਮੇਟੀ ਹੈ, ਇਹ ਐਗਜ਼ਾਮ ਦੇ ਵਿੱਚ ਵਾਰ-ਵਾਰ ਇਹ ਪ੍ਰਸ਼ਨ ਪੁੱਛਿਆ ਜਾਂਦਾ ਹੈ ਕਿ ਨਾਬਾਰਡ ਦੀ ਸਥਾਪਨਾ ਕਿਹੜੀ ਕਮੇਟੀ ਦੇ ਅੰਡਰ ਹੋਈ ਸੀ। ਤਾਂ ਤੁਸੀਂ ਯਾਦ ਰੱਖਣਾ ਹੈ ਕਿ ਸ਼ਿਵ ਰਮਨ ਕਮੇਟੀ ਹੈ ਜੋ ਇਸ ਦੇ ਅੰਡਰ ਜੋ ਨਾਬਾਰਡ ਦੀ ਸਥਾਪਨਾ ਹੋਈ ਸੀ 30 ਮਾਰਚ 1979 ਨੂੰ ਇਸ ਕਮੇਟੀ ਨੇ ਫੈਸਲਾ ਲਿਆ ਸੀ ਅਤੇ 12 ਜੁਲਾਈ 1982 ਈਸਵੀ ਨੂੰ ਨਾਬਾਰਡ ਦੀ ਸਥਾਪਨਾ ਹੋਈ ਸੀ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਹੈ ਜਿਹੜਾ ਤੁਹਾਨੂੰ ਯਾਦ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ।
ਅਸੀਂ ਆਸਾਨ ਅਤੇ ਜੋ ਕਠਿਨ ਪ੍ਰਸ਼ਨ ਹਨ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ, ਤਾਂ ਜੋ ਤੁਹਾਨੂੰ ਵੀ ਇਹਨਾਂ ਨੂੰ ਯਾਦ ਕਰਨ ਦੇ ਵਿੱਚ ਕੋਈ ਮੁਸ਼ਕਲ ਨਾ ਹੋਵੇ। ਕੁਝ ਪ੍ਰਸ਼ਨ ਕਠਿਨ ਹੋਣਗੇ ਅਤੇ ਕੁਝ ਪ੍ਰਸ਼ਨ ਆਸਾਨ ਹੋਣਗੇ। ਇਹ ਪ੍ਰਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹਨ, ਤੁਹਾਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੈ ਅਗਰ ਜੇ ਤੁਸੀਂ FCI ਵਾਚਮੈਨ ਦਾ ਪੇਪਰ ਪਾਸ ਕਰਨਾ ਚਾਹੁੰਦੇ ਹੋ। ਹੁਣ ਆਪਾਂ ਅਗਲੇ ਪ੍ਰਸ਼ਨ ਵੱਲ ਵੱਧਦੇ ਹਾਂ। ਅਗਲਾ ਪ੍ਰਸ਼ਨ ਹੈ ਜੋ ਆਪਣਾ ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਹੈ, ਜੋ ਪੇਪਰ ਦੇ ਵਿੱਚ ਬਹੁਤ ਵਾਰ ਪੁੱਛਿਆ ਜਾਂਦਾ ਹੈ ਅਤੇ ਜੋ ਪੰਜਾਬ ਪਟਵਾਰੀ ਦਾ ਐਗਜ਼ਾਮ ਹੋਇਆ ਸੀ ਉਸ ਵਿੱਚ ਵੀ ਇਹ ਪ੍ਰਸ਼ਨ ਅਤੇ ਪੰਜਾਬ ਪੁਲਿਸ ਦੇ ਵਿੱਚ ਵੀ ਇਹ ਪ੍ਰਸ਼ਨ ਰਿਪੀਟ ਹੋਇਆ ਸੀ। ਇਹ ਪ੍ਰਸ਼ਨ ਬਹੁਤ ਵਾਰ ਰਿਪੀਟ ਹੁੰਦਾ ਹੈ, ਜੋ ਕਿ FCI ਦੇ ਪੇਪਰ 'ਚ ਵੀ ਇਹ ਪ੍ਰਸ਼ਨ ਰਿਪੀਟ ਹੋ ਸਕਦਾ ਹੈ, ਤਾਂ ਕਰਕੇ ਤੁਹਾਨੂੰ ਇਹਨਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਜੋ ਸਾਥੀ ਪਿੰਡਾਂ ਦੇ ਵਿੱਚ ਰਹਿੰਦੇ ਹਨ ਉਹਨਾਂ ਨੂੰ ਤਾਂ ਇਸ ਬਾਰੇ ਜ਼ਰੂਰ ਪਤਾ ਹੋਵੇਗਾ, ਪਰ ਜੋ ਸਾਥੀ ਸ਼ਹਿਰਾਂ ਵਿੱਚ ਰਹਿੰਦੇ ਹਨ ਉਹਨਾਂ ਨੂੰ ਇਸ ਬਾਰੇ ਥੋੜ੍ਹਾ ਜਿਹਾ ਘੱਟ ਪਤਾ ਹੋਵੇਗਾ ਕਿ ਹਾੜੀ ਦੀਆਂ ਫਸਲਾਂ ਕਿਹੜੀਆਂ ਹੁੰਦੀਆਂ ਹਨ, ਸਾਉਣੀ ਦੀਆਂ ਕਿਹੜੀਆਂ ਹੁੰਦੀਆਂ ਹਨ ਅਤੇ ਜ਼ੈਦ ਫਸਲਾਂ ਕਿਹੜੀਆਂ ਹੁੰਦੀਆਂ ਹਨ। ਇਹਨਾਂ ਫਸਲਾਂ ਰਿਲੇਟਡ ਵੀ ਪ੍ਰਸ਼ਨ ਬਹੁਤ ਵਾਰ ਪੁੱਛਿਆ ਜਾਂਦਾ ਹੈ। ਜੋ ਹਾੜੀ ਦੀਆਂ ਫਸਲਾਂ ਹਨ ਇਹਨਾਂ ਨੂੰ ਜੋ ਰੱਬੀ ਦੀ ਫਸਲ ਕਿਹਾ ਜਾਂਦਾ ਹੈ। ਹਾੜੀ ਦੀਆਂ ਫਸਲਾਂ ਹਨ ਇਹਨਾਂ ਨੂੰ ਰੱਬੀ ਦੀ ਫਸਲ ਕਿਹਾ ਜਾਂਦਾ ਹੈ। ਜੋ ਸਾਉਣੀ ਦੀਆਂ ਫਸਲਾਂ ਹਨ ਇਹਨਾਂ ਨੂੰ ਖਰੀਫ ਦੀ ਫਸਲ ਕਿਹਾ ਜਾਂਦਾ ਹੈ ਅਤੇ ਜੋ ਜ਼ੈਦ ਫਸਲਾਂ ਹਨ ਇਹਨਾਂ ਨੂੰ ਜ਼ੈਦ ਕ੍ਰੋਪ ਸੀਜ਼ਨ ਹੀ ਕਿਹਾ ਜਾਂਦਾ ਹੈ। ਇਹਨਾਂ ਨੂੰ ਯਾਦ ਕਰਨਾ ਬਹੁਤ ਜ਼ਿਆਦਾ ਆਸਾਨ ਹੈ। ਇਹਨਾਂ ਫਸਲਾਂ ਦੇ ਅੰਡਰ ਜਿਵੇਂ ਹੋਰ ਫਸਲਾਂ ਆਉਂਦੀਆਂ ਹਨ, ਜਿਹੜੀਆਂ ਹਾੜੀ ਦੀਆਂ ਫਸਲਾਂ ਹੁੰਦੀਆਂ ਹਨ ਇਹ ਨਵੰਬਰ ਦੇ ਅੱਧ ਵਿੱਚ ਬੀਜੀਆਂ ਜਾਂਦੀਆਂ ਹਨ ਅਤੇ ਅਪ੍ਰੈਲ ਮਈ ਵਿੱਚ ਕੱਟੀਆਂ ਜਾਂਦੀਆਂ ਹਨ। ਇਹਨਾਂ ਦੇ ਵਿੱਚ ਕਣਕ, ਜੌਂ, ਜੀਰਾ, ਜਿਵੇਂ ਪੱਠੇ ਹੋ ਗਏ, ਰਾਈ ਹੋ ਗਈ, ਮਟਰ, ਪਿਆਜ਼, ਆਲੂ, ਇਸ ਤਰ੍ਹਾਂ ਦੀਆਂ ਫਸਲਾਂ ਹਨ। ਤੁਸੀਂ ਸੋਚ ਰਹੇ ਹੋਗੇ ਕਿ ਇਸ ਨੂੰ ਯਾਦ ਕਿਸ ਤਰ੍ਹਾਂ ਕਰਾਂਗੇ ਕਿ ਕਿਹੜੀਆਂ ਫਸਲਾਂ ਕਿਹੜੇ ਸੀਜ਼ਨ ਦੇ ਵਿੱਚ ਬੀਜੀਆਂ ਜਾਂਦੀਆਂ ਹਨ, ਪਰ ਇੱਕ ਵਾਰੀ ਆਪਾਂ ਕਰ ਲੈਂਦੇ ਹਾਂ, ਬਾਅਦ ਵਿੱਚ ਇੱਕ ਤੁਹਾਨੂੰ ਟ੍ਰਿਕ ਦੱਸਾਂਗੇ। ਉਸ ਟ੍ਰਿਕ ਦੇ ਨਾਲ ਤੁਹਾਨੂੰ ਇਹ ਫਸਲਾਂ ਯਾਦ ਕਰਨ ਦੀ ਵੀ ਲੋੜ ਨਹੀਂ ਪਏਗੀ ਅਤੇ ਤੁਹਾਨੂੰ ਆਸਾਨੀ ਨਾਲ ਇਹ ਯਾਦ ਹੋ ਜਾਏਗਾ ਕਿ ਕਿਹੜੇ ਸੀਜ਼ਨ ਦੇ ਵਿੱਚ ਕਿਹੜੀਆਂ ਫਸਲਾਂ ਬੀਜੀਆਂ ਜਾਂਦੀਆਂ ਹਨ। ਜੋ ਸਾਉਣੀ ਦੀਆਂ ਫਸਲਾਂ ਨੇ ਇਹਨਾਂ ਨੂੰ ਖਰੀਫ ਫਸਲਾਂ ਕਿਹਾ ਜਾਂਦਾ ਹੈ। ਇਹਨਾਂ ਦੀ ਬਿਜਾਈ ਜੂਨ ਵਿੱਚ ਅਤੇ ਨਵੰਬਰ ਤੱਕ ਬਿਜਾਈ ਜੂਨ ਵਿੱਚ ਅਤੇ ਨਵੰਬਰ ਤੱਕ ਇਹ ਪੱਕ ਜਾਂਦੀਆਂ ਨੇ। ਇਹਨਾਂ ਵਿੱਚ ਚਾਵਲ, ਬਾਜਰਾ, ਮੱਕੀ, ਮੂੰਗੀ, ਹਲਦੀ, ਮੂੰਗਫਲੀ, ਕਪਾਹ, ਗੰਨਾ ਆਦਿ ਹਨ। ਜੋ ਜ਼ੈਦ ਫਸਲਾਂ ਹਨ ਇਹ ਹਾੜੀ ਅਤੇ ਸਾਉਣੀ ਦੀ ਫਸਲ ਵਿਚਲੇ ਸਮੇਂ ਵਿੱਚ ਅਤੇ ਇਹਦੇ ਵਿੱਚ ਖੀਰਾ, ਖਰਬੂਜਾ, ਤਰਬੂਜ, ਕੱਦੂ ਇਹ ਮਾਰਚ ਤੋਂ ਜੂਨ ਤੱਕ ਹੁੰਦੀਆਂ ਹਨ। ਇਹਨਾਂ ਫਸਲਾਂ ਨੂੰ ਯਾਦ ਰੱਖਣ ਦੀ ਜੋ ਟ੍ਰਿਕ ਹੈ, ਸਭ ਤੋਂ ਪਹਿਲਾਂ ਜੋ ਹਾੜੀ ਦੀਆਂ ਫਸਲਾਂ ਹਨ ਇਹਨਾਂ ਨੂੰ ਰੱਬੀ ਫਸਲਾਂ ਕਿਹਾ ਜਾਂਦਾ ਹੈ। ਰੱਬੀ ਮਤਲਬ ਰੱਬ ਸਾਨੂੰ ਖਾਣ ਨੂੰ ਕੀ ਦਿੰਦਾ ਹੈ, ਤਾਂ ਰੱਬ ਸਾਨੂੰ ਖਾਣ ਨੂੰ ਕਣਕ ਦਿੰਦਾ ਹੈ। ਮਤਲਬ ਕਣਕ ਵਾਲੇ ਸੀਜ਼ਨ ਦੇ ਵਿੱਚ ਜੋ ਫਸਲਾਂ ਬੀਜੀਆਂ ਜਾਂਦੀਆਂ ਹਨ, ਆਪਾਂ ਆਪਣੇ ਆਲੇ ਦੁਆਲੇ ਦੇਖ ਸਕਦੇ ਹਾਂ ਕਿ ਜੋ ਹੁਣ ਰੱਬੀ ਸੀਜ਼ਨ ਚੱਲ ਰਿਹਾ ਹੈ, ਵੀ ਜਨਵਰੀ ਦਾ ਮਹੀਨਾ ਹੈ ਅਤੇ ਹੁਣ ਰੱਬੀ ਫਸਲਾਂ ਉੱਗੀਆਂ ਹੋਈਆਂ ਹਨ। ਆਪਣੇ ਆਲੇ ਦੁਆਲੇ ਤੁਸੀਂ ਦੇਖ ਸਕਦੇ ਹੋ, ਜਿਵੇਂ ਕਣਕ ਉੱਗੀ ਹੋਈ ਹੈ, ਸਰੋਂ ਹੈ, ਉਹ ਇਸ ਤੋਂ ਇਲਾਵਾ ਛੋਲੇ ਹੈ, ਹੋਰ ਜੋ ਸਬਜ਼ੀ ਵਾਲੀਆਂ ਸਬਜ਼ੀਆਂ ਆ ਜਾਂਦੀਆਂ ਹਨ ਜੋ ਸਰਦੀ ਦੇ ਸੀਜ਼ਨ ਵਿੱਚ ਹੁੰਦੀਆਂ ਹਨ, ਇਹ ਸਾਰੀਆਂ ਰੱਬੀ ਫਸਲਾਂ ਦੇ ਅੰਡਰ ਆ ਜਾਂਦੀਆਂ ਹਨ। ਤੁਸੀਂ ਯਾਦ ਰੱਖਣਾ ਹੈ ਕਿ ਰੱਬ ਸਾਨੂੰ ਖਾਣ ਨੂੰ ਕੀ ਦਿੰਦਾ ਹੈ, ਤਾਂ ਰੱਬ ਸਾਨੂੰ ਖਾਣ ਨੂੰ ਕਣਕ ਦਿੰਦਾ ਹੈ। ਤਾਂ ਇਹਦਾ ਮਤਲਬ ਵੀ ਰੱਬੀ ਸੀਜ਼ਨ ਹੈ ਨਾ ਜੋ, ਉਸ ਸਮੇਂ ਕਣਕ ਹੋ ਗਿਆ, ਜੌਂ ਹੋ ਗਿਆ, ਇਸ ਤੋਂ ਇਲਾਵਾ ਜੀਰਾ ਹੋ ਗਿਆ, ਸਰੋਂ ਹੋ ਗਈ, ਪਿਆਜ਼ ਹੋ ਗਏ, ਆਲੂ ਹੋ ਗਏ ਅਤੇ ਇਸ ਤਰ੍ਹਾਂ ਦੀਆਂ ਫਸਲਾਂ ਰੱਬੀ ਸੀਜ਼ਨ ਦੇ ਵਿੱਚ ਬੀਜੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਜੋ ਸਾਉਣੀ ਦੀਆਂ ਫਸਲਾਂ ਹੁੰਦੀਆਂ ਹਨ, ਜੋ ਸਾਉਣੀ ਦੀਆਂ ਫਸਲਾਂ ਨੇ ਇਹ ਰੱਬੀ ਫਸਲਾਂ ਤੋਂ ਉਲਟ ਹੁੰਦੀਆਂ ਹਨ। ਜਿਵੇਂ ਰੱਬੀ ਸੀਜ਼ਨ ਦੇ ਵਿੱਚ ਕਪਾਹ ਬੀਜੀ ਜਾਂਦੀ ਹੈ, ਉਸ ਟਾਈਮ ਹੀ ਜਵਾਰ ਬੀਜੀ ਜਾਂਦੀ ਹੈ, ਉਸ ਵਕਤ ਤੁਸੀਂ ਦੇਖਦੇ ਹੋ ਝੋਨਾ ਬੀਜਿਆ ਜਾਂਦਾ ਹੈ, ਮੱਕੀ ਬੀਜੀ ਜਾਂਦੀ ਹੈ। ਇਸ ਤਰ੍ਹਾਂ ਦੀਆਂ ਜੋ ਫਸਲਾਂ ਹਨ ਨਾ, ਉਦੋਂ ਹੀ ਗੰਨਾ ਬੀਜਿਆ ਜਾਂਦਾ ਹੈ, ਮੂੰਗਫਲੀ ਬੀਜੀ ਜਾਂਦੀ ਹੈ। ਇਹ ਰੱਬੀ ਫਸਲਾਂ ਦੇ ਉਲਟ ਹੁੰਦੀਆਂ ਨੇ ਜੋ ਸਾਉਣੀ ਵਾਲੀਆਂ ਫਸਲਾਂ ਹਨ, ਤਾਂ ਕਰਕੇ ਇਹਨਾਂ ਦੋਨਾਂ ਨੂੰ ਤੁਸੀਂ ਇੱਕ ਦੂਜੇ ਦੇ ਉਲਟ ਯਾਦ ਰੱਖ ਸਕਦੇ ਹੋ। ਜੋ ਜ਼ੈਦ ਫਸਲਾਂ ਹੁੰਦੀਆਂ ਹਨ ਇਹ ਰੱਬੀ ਫਸਲਾਂ ਤੋਂ ਬਾਅਦ ਅਤੇ ਸਾਉਣੀ ਦਾ ਜੋ ਖਰੀਫ ਫਸਲਾਂ ਹਨ ਉਸ ਤੋਂ ਪਹਿਲਾਂ 1-2 ਮਹੀਨੇ ਦਾ ਵਿਚਾਲੇ ਸਮਾਂ ਹੁੰਦਾ ਹੈ, ਉਦੋਂ ਬੀਜੀਆਂ ਜਾਂਦੀਆਂ ਹਨ। ਇਸ ਸਮੇਂ ਖੀਰਾ, ਖਰਬੂਜਾ, ਤਰਬੂਜ, ਕੱਦੂ ਇਹ ਲਗਭਗ ਜੋ ਸਬਜ਼ੀ ਵਾਲੀਆਂ ਫਸਲਾਂ ਹਨ ਇਹ ਹੀ ਜ਼ੈਦ ਫਸਲਾਂ ਦੇ ਅੰਡਰ ਆਉਂਦੀਆਂ ਹਨ। ਤਾਂ ਕਰਕੇ ਇਹਨਾਂ ਦਾ ਸਮੇਂ ਵੀ ਬਹੁਤ ਘੱਟ ਹੁੰਦਾ ਹੈ, 2-3 ਮਹੀਨੇ ਦਾ ਸਮੇਂ ਹੁੰਦਾ ਹੈ, ਜੋ ਮਾਰਚ ਤੋਂ ਜੂਨ ਤੱਕ ਇਹ ਫਸਲਾਂ ਬੀਜੀਆਂ ਜਾਂਦੀਆਂ ਹਨ। ਇਸ ਤਰ੍ਹਾਂ ਤੁਸੀਂ ਜੋ ਰੱਬੀ ਫਸਲਾਂ ਹਨ ਇਹ ਵੀ ਰੱਬ ਸਾਨੂੰ ਖਾਣ ਨੂੰ ਕਣਕ ਦਿੰਦਾ ਹੈ, ਅਤੇ ਜੋ ਬਾਕੀ ਸਾਉਣੀ ਵਾਲੀਆਂ ਹਨ ਇਹਦੇ ਵਿੱਚ ਕਪਾਹ ਹੋ ਗਿਆ, ਚਾਵਲ, ਬਾਜਰਾ, ਮੱਕੀ, ਮੂੰਗੀ ਇਸ ਦੇ ਉਲਟ ਹੋ ਗਈਆਂ, ਅਤੇ ਜ਼ੈਦ ਫਸਲਾਂ ਜੋ ਰੱਬੀ ਅਤੇ ਖਰੀਫ ਦੇ ਵਿਚਕਾਰ ਬੀਜੀਆਂ ਜਾਂਦੀਆਂ ਨੇ, ਜਿਹਦੇ ਵਿੱਚ ਖੀਰਾ, ਖਰਬੂਜਾ, ਤਰਬੂਜ ਅਤੇ ਕੱਦੂ ਹੋ ਗਿਆ। ਤੁਸੀਂ ਆਸਾਨੀ ਨਾਲ ਇਸ ਨੂੰ ਯਾਦ ਰੱਖ ਸਕਦੇ ਹੋ। ਇਸ ਤੋਂ ਬਾਅਦ ਆਪਾਂ ਆਪਣੇ ਅਗਲੇ ਪ੍ਰਸ਼ਨਾਂ ਵੱਲ ਵੱਧਦੇ ਹਾਂ। ਅਗਲੇ ਪ੍ਰਸ਼ਨ ਹਨ ਜੋ ਉਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹਨ।
ਜੋ ਪ੍ਰਸ਼ਨ ਤੁਹਾਡੇ ਸਾਹਮਣੇ ਸਕਰੀਨ ਉੱਤੇ ਹੈ ਕਿ ਹਰੀ ਕ੍ਰਾਂਤੀ ਦੀ ਸ਼ੁਰੂਆਤ ਭਾਰਤ ਵਿੱਚ ਕਦੋਂ ਹੋਈ, ਤਾਂ ਇਹ ਕੁਐਸਚਨ ਬਹੁਤ ਜ਼ਿਆਦਾ ਮੋਸਟ ਇੰਪੋਰਟੈਂਟ ਪ੍ਰਸ਼ਨ ਹੈ, ਜੋ ਕਿ ਪਟਵਾਰੀ ਦੇ ਪੇਪਰ ਵਿੱਚ ਲਗਾਤਾਰ 2 ਵਾਰ ਪੁੱਛਿਆ ਜਾ ਚੁੱਕਿਆ ਹੈ। ਹਰੀ ਕ੍ਰਾਂਤੀ ਦੀ ਜੋ ਸ਼ੁਰੂਆਤ ਹੈ ਨਾ, ਭਾਰਤ ਵਿੱਚ 1966-67 ਦੇ ਵਿੱਚ ਹੋਈ ਮੰਨੀ ਜਾਂਦੀ ਹੈ, ਅਤੇ ਭਾਰਤ ਵਿੱਚ ਹਰੀ ਕ੍ਰਾਂਤੀ ਦਾ ਪਿਤਾ MS ਸਵਾਮੀਨਾਥਨ ਹੈ। ਭਾਰਤ ਵਿੱਚ ਹਰੀ ਕ੍ਰਾਂਤੀ ਦਾ ਪਿਤਾ MS ਸਵਾਮੀਨਾਥਨ ਨੂੰ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਅਗਰ ਜੇ ਵਿਸ਼ਵ ਦੇ ਵਿੱਚ ਪੁੱਛਿਆ ਜਾਵੇ ਵੀ ਵਿਸ਼ਵ ਦੇ ਵਿੱਚ ਹਰੀ ਕ੍ਰਾਂਤੀ ਦਾ ਪਿਤਾ ਹੈ ਨਾ, ਉਹ ਨੋਰਮਨ ਬੋਰਲੋਗ ਨੂੰ ਮੰਨਿਆ ਜਾਂਦਾ ਹੈ। ਨੋਰਮਨ ਬੋਰਲੋਗ ਹੈ ਜੋ ਸ਼ਾਂਤੀ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਵੀ ਇਹਨਾਂ ਨੂੰ ਮਿਲਿਆ ਹੈ। ਇਹ ਜੋ ਪ੍ਰਸ਼ਨ ਹਨ ਬਹੁਤ ਜ਼ਿਆਦਾ ਇੰਪੋਰਟੈਂਟ ਹਨ। ਇਸ ਤੋਂ ਇਲਾਵਾ ਅਗਰ ਜੇ ਪੁੱਛ ਲਿੱਤਾ ਜਾਵੇ ਕਿ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਦਾ ਪਿਤਾ ਕਿਸ ਨੂੰ ਮੰਨਿਆ ਜਾਂਦਾ ਹੈ, ਤਾਂ MS ਰੰਧਾਵਾ ਹੈ ਜੋ ਉਸ ਨੂੰ ਪੰਜਾਬ ਵਿੱਚ ਹਰੀ ਕ੍ਰਾਂਤੀ ਦਾ ਜੋ ਪਿਤਾ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਤੁਸੀਂ 3 ਪ੍ਰਸ਼ਨ ਯਾਦ ਰੱਖਣੇ ਹਨ ਕਿ ਵਿਸ਼ਵ ਦੇ ਵਿੱਚ ਜੋ ਹਰੀ ਕ੍ਰਾਂਤੀ ਦਾ ਪਿਤਾ ਹੈ ਉਹ ਨੋਰਮਨ ਬੋਰਲੋਗ ਹੈ। ਭਾਰਤ ਦੇ ਵਿੱਚ ਪੁੱਛੇਗਾ ਤਾਂ MS ਸਵਾਮੀਨਾਥਨ ਹੈ। ਜੇ ਉਹ ਪੰਜਾਬ ਦੇ ਵਿੱਚ ਪੁੱਛੇਗਾ ਤਾਂ MS ਰੰਧਾਵਾ ਹੈ, ਕਿਉਂਕਿ ਇੱਥੇ ਪੇਜ ਦੇ ਉੱਤੇ ਨਹੀਂ ਲਿਖਿਆ ਹੋਇਆ ਕਿ ਪੰਜਾਬ ਵਿੱਚ ਹਰੀ ਕ੍ਰਾਂਤੀ ਦਾ ਪਿਤਾ MS ਰੰਧਾਵਾ ਹੈ, ਤੁਸੀਂ ਇਸ ਨੂੰ ਨੋਟ ਕਰ ਸਕਦੇ ਹੋ। ਇਸ ਤੋਂ ਇਲਾਵਾ ਜੋ ਹਰੀ ਕ੍ਰਾਂਤੀ ਹੈ ਇਹਨੂੰ ਇੰਗਲਿਸ਼ ਦੇ ਵਿੱਚ ਗ੍ਰੀਨ ਰੈਵੋਲਿਊਸ਼ਨ ਕਹਿੰਦੇ ਆ। MS ਸਵਾਮੀਨਾਥਨ ਭਾਰਤ ਦੇ ਵਿੱਚ ਇਸ ਦੇ ਪਿਤਾ ਮੰਨੇ ਜਾਂਦੇ ਹਨ। ਇਹ ਭੋਜਨ ਉਤਪਾਦਨ ਨਾਲ ਸੰਬੰਧਿਤ ਸੀ, ਇਸ ਕਾਰਨ ਕਣਕ ਅਤੇ ਝੋਨੇ ਦੇ ਝਾੜ ਵਿੱਚ ਚੰਗਾ ਵਾਧਾ ਹੋਇਆ ਸੀ। ਇਹ ਪ੍ਰਸ਼ਨ ਵੀ ਬਹੁਤ ਵਾਰ ਰਿਪੀਟ ਹੁੰਦਾ ਹੈ ਕਿ ਜੋ ਹਰੀ ਕ੍ਰਾਂਤੀ ਹੈ ਕਿਹੜੀਆਂ ਫਸਲਾਂ ਨਾਲ ਸੰਬੰਧਿਤ ਸੀ, ਤਾਂ ਜੋ ਹਰੀ ਕ੍ਰਾਂਤੀ ਹੈ ਇਹ ਕਣਕ ਅਤੇ ਝੋਨੇ ਦੇ ਝਾੜ ਵਿੱਚ ਚੰਗਾ ਵਾਧਾ ਕਰਨ ਨਾਲ ਸੰਬੰਧਿਤ ਸੀ। ਤੁਸੀਂ ਇਹ ਜੋ 5-4 ਪ੍ਰਸ਼ਨ ਬਣੇ ਹਨ ਇਹਨਾਂ ਨੂੰ ਨੋਟ ਜ਼ਰੂਰ ਕਰਨਾ ਕਾਪੀ 'ਤੇ, ਕਿਉਂਕਿ ਇਹ ਪ੍ਰਸ਼ਨ ਬਹੁਤ ਵਾਰ ਪੁੱਛੇ ਜਾਂਦੇ ਹਨ। ਹੁਣ ਆਪਾਂ ਕੁਝ ਹੋਰ ਪ੍ਰਸ਼ਨ ਦੇਖਦੇ ਹਾਂ ਜੋ ਮੋਸਟ ਇੰਪੋਰਟੈਂਟ ਹਨ। ਆਪਾਂ ਇਹ ਖੇਤੀ ਰਿਲੇਟਡ ਪ੍ਰਸ਼ਨ ਹਨ ਕਿ ਕਿਹੜੀ ਖੇਤੀ ਨੂੰ ਕੀ ਨਾਮ ਦਿੱਤਾ ਜਾਂਦਾ ਹੈ। ਇਹ ਪ੍ਰਸ਼ਨ ਵੀ ਐਗਜ਼ਾਮ ਦੇ ਵਿੱਚ ਸਾਇੰਸ ਸਬਜੈਕਟ ਦੇ ਵਿੱਚ ਜਾਂ ਅਦਰ ਸਬਜੈਕਟ ਦੇ ਵਿੱਚ ਬਹੁਤ ਵਾਰ ਪੁੱਛੇ ਜਾਂਦੇ ਹਨ, ਕਿਉਂਕਿ ਇਹ ਕਾਫੀ ਇੰਪੋਰਟੈਂਟ। ਸਭ ਤੋਂ ਪਹਿਲਾਂ ਹੋਰਟੀਕਲਚਰ, ਜੋ ਹੋਰਟੀਕਲਚਰ ਹੈ ਇਹ ਵਪਾਰਿਕ ਵਰਤੋਂ ਲਈ ਸਬਜ਼ੀਆਂ, ਫਲ ਅਤੇ ਫੁੱਲ ਉਗਾਉਣ ਅਧਿਐਨ ਹੈ। ਜੋ ਵਪਾਰਿਕ ਵਰਤੋਂ ਲਈ ਸਬਜ਼ੀਆਂ, ਫਲ ਅਤੇ ਫੁੱਲ ਉਗਾਉਣ ਦੇ ਅਧਿਐਨ ਨੂੰ ਕੀ ਕਿਹਾ ਜਾਂਦਾ ਹੈ, ਤਾਂ ਇਸ ਨੂੰ ਹੋਰਟੀਕਲਚਰ ਕਿਹਾ ਜਾਂਦਾ ਹੈ। ਜੋ ਵਿਟੀਕਲਚਰ ਹੁੰਦਾ ਹੈ ਇਹ ਅੰਗੂਰ ਦੀ ਖੇਤੀ ਦਾ ਅਧਿਐਨ ਹੈ। ਆਪਾਂ ਅੰਗੂਰਾਂ ਦੀ ਜੋ ਖੇਤੀ ਦਾ ਅਧਿਐਨ ਕਰਦੇ ਹਾਂ ਇਸ ਨੂੰ ਵਿਟੀਕਲਚਰ ਕਿਹਾ ਜਾਂਦਾ ਹੈ। ਸੈਰੀਕਲਚਰ, ਰੇਸ਼ਮ ਦੇ ਕੀੜਿਆਂ ਦਾ ਵਪਾਰਕ ਪਾਲਣ ਪੋਸ਼ਣ। ਇਹ ਪ੍ਰਸ਼ਨ ਬਹੁਤ ਵਾਰ ਰਿਪੀਟ ਹੁੰਦਾ ਹੈ ਕਿ ਸੈਰੀਕਲਚਰ ਵਾਲਾ, ਕਿ ਜੋ ਰੇਸ਼ਮ ਦੇ ਕੀੜਿਆਂ ਦਾ ਵਪਾਰਕ ਪਾਲਣ ਪੋਸ਼ਣ ਹੈ ਇਸ ਨੂੰ ਕੀ ਕਿਹਾ ਜਾਂਦਾ ਹੈ, ਤਾਂ ਸੈਰੀਕਲਚਰ ਕਿਹਾ ਜਾਂਦਾ ਹੈ। ਜੋ ਓਲੇਰੀਕਲਚਰ ਹੁੰਦਾ ਹੈ ਇਹ ਸਬਜ਼ੀਆਂ ਦੀ ਖੇਤੀ ਦਾ ਅਧਿਐਨ ਹੈ, ਓਲੇਰੀਕਲਚਰ। ਇਸ ਤੋਂ ਇਲਾਵਾ ਪੈਡੋਲੋਜੀ, ਕੁਦਰਤੀ ਵਾਤਾਵਰਣ ਵਿੱਚ ਮਿੱਟੀ ਦਾ ਅਧਿਐਨ। ਪੈਡੋਲੋਜੀ ਵਾਲਾ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਕੁਦਰਤੀ ਵਾਤਾਵਰਣ ਵਿੱਚ ਮਿੱਟੀ ਦਾ ਜੋ ਅਧਿਐਨ ਕਰਾਂਗੇ ਤਾਂ ਇਸ ਨੂੰ ਕੀ ਕਹਿੰਦੇ ਹਨ, ਇਸ ਨੂੰ ਪੈਡੋਲੋਜੀ ਕਹਿੰਦੇ ਹਨ। ਹੋਰਟੀਕਲਚਰ ਵਾਲਾ ਵਪਾਰਿਕ ਵਸਤੂਆਂ ਲਈ ਫਲ ਅਤੇ ਫੁੱਲ ਉਗਾਉਣ ਅਧਿਐਨ। ਵਿਟੀਕਲਚਰ ਅੰਗੂਰ ਦੀ ਖੇਤੀ। ਸੈਰੀਕਲਚਰ ਰੇਸ਼ਮ ਦੇ ਕੀੜਿਆਂ ਦਾ ਵਪਾਰਕ ਪਾਲਣ ਪੋਸ਼ਣ। ਓਲੇਰੀਕਲਚਰ ਸਬਜ਼ੀਆਂ ਦੀ ਖੇਤੀ ਦਾ ਅਧਿਐਨ। ਪੈਡੋਲੋਜੀ ਕੁਦਰਤੀ ਵਾਤਾਵਰਣ ਵਿੱਚ ਮਿੱਟੀ ਦਾ ਅਧਿਐਨ। ਮੈਂ ਪ੍ਰਸ਼ਨ ਨੂੰ ਵਾਰ-ਵਾਰ ਰਿਪੀਟ ਇਸ ਲਈ ਕਰਦਾ ਕਿ ਤੁਹਾਨੂੰ ਵਾਰ-ਵਾਰ ਸੁਣਨ ਨਾਲ ਯਾਦ ਹੋ ਜਾਵੇ ਅਤੇ ਜ਼ਿਆਦਾ ਮਿਹਨਤ ਨਾ ਕਰਨੀ ਪਵੇ। ਇਸ ਤੋਂ ਇਲਾਵਾ ਜੋ ਇਹ ਪ੍ਰਸ਼ਨ ਹੈ ਇਹ ਬਹੁਤ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਕੀਟ ਪਤੰਗਾਂ ਦੇ ਵਿਗਿਆਨਿਕ ਅਧਿਐਨ ਨੂੰ ਕੀ ਕਿਹਾ ਜਾਂਦਾ ਹੈ, ਤਾਂ ਅਮੈਂਟੋਲੋਜੀ। ਇਸ ਤੋਂ ਬਾਅਦ ਫਲਾਂ ਦੇ ਅਧਿਐਨ ਨੂੰ ਪੈਮੋਲੋਜੀ ਕਿਹਾ ਜਾਂਦਾ ਹੈ। ਜੋ ਫੁੱਲਾਂ ਦੀ ਖੇਤੀ ਦਾ ਅਧਿਐਨ ਹੈ ਇਹਨੂੰ ਫਲੋਰੀਕਲਚਰ ਕਿਹਾ ਜਾਂਦਾ ਹੈ। ਜੋ ਜੰਗਲਾਤ ਦਾ ਅਧਿਐਨ ਹੈ, ਜੰਗਲਾਂ ਦਾ ਅਧਿਐਨ ਕਰਨਾ, ਇਹਨੂੰ ਸਿਲਵੀਕਲਚਰ ਕਿਹਾ ਜਾਂਦਾ ਹੈ। ਜੋ ਵਪਾਰਿਕ ਮੱਛੀ ਦਾ ਅਧਿਐਨ ਕਰਨਾ, ਆਪਾਂ ਜੋ ਵਪਾਰਿਕ ਤੌਰ 'ਤੇ ਮੱਛੀ ਦਾ ਪਾਲਣ ਪੋਸ਼ਣ ਕਰਦੇ ਹਾਂ ਇਸ ਦੇ ਅਧਿਐਨ ਕਰਨ ਨੂੰ ਪਿਸੀਕਲਚਰ ਕਿਹਾ ਜਾਂਦਾ ਹੈ। ਮੈਂ ਦੁਬਾਰਾ ਰਿਪੀਟ ਕਰਦਾ ਕਿ ਤੁਹਾਨੂੰ ਆਸਾਨੀ ਨਾਲ ਯਾਦ ਹੋ ਸਕੇ। ਕੀਟ ਪਤੰਗਾਂ ਦਾ ਜੋ ਵਿਗਿਆਨਿਕ ਅਧਿਐਨ ਹੈ ਇਹਨੂੰ ਐਂਟੋਮੋਲੋਜੀ ਕਿਹਾ ਜਾਂਦਾ ਹੈ। ਫਲਾਂ ਦੇ ਅਧਿਐਨ ਨੂੰ ਪੋਮੋਲੋਜੀ ਕਿਹਾ ਜਾਂਦਾ ਹੈ। ਫੁੱਲਾਂ ਦੇ ਅਧਿਐਨ ਦੀ ਖੇਤੀ ਨੂੰ ਫਲੋਰੀਕਲਚਰ ਕਿਹਾ ਜਾਂਦਾ ਹੈ। ਜੰਗਲਾਤ ਦਾ ਅਧਿਐਨ ਹੈ ਜੋ ਸਿਲਵੀਕਲਚਰ ਹੈ। ਵਪਾਰਕ ਮੱਛੀ ਦਾ ਅਧਿਐਨ ਹੈ ਇਹਨੂੰ ਪਿਸੀਕਲਚਰ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਜੋ ਸਾਈਟਰੀਕਲਚਰ ਵਿੱਚ ਕਲਚਰ ਹੈ ਇਸ ਦੇ ਵਿੱਚ ਨਿੰਬੂ ਸ਼੍ਰੇਣੀ ਨਾਲ ਸੰਬੰਧਿਤ ਫਲਾਂ ਦੀ ਕਾਸ਼ਤ ਦਾ ਅਧਿਐਨ ਹੁੰਦਾ ਹੈ। ਮਧੂ ਮੱਖੀ ਪਾਲਣ ਦਾ ਅਧਿਐਨ। ਇਹ ਪ੍ਰਸ਼ਨ ਬਹੁਤ ਵਾਰ ਰਿਪੀਟ
ਹੁੰਦਾ ਹੈ ਕਿ ਮਧੂਮੱਖੀ ਦਾ ਪਾਲਣ ਦਾ ਅਧਿਐਨ ਨੂੰ ਕੀ ਕਿਹਾ ਜਾਂਦਾ ਹੈ, ਤਾਂ ਇਸ ਨੂੰ ਐਪੀਕਲਚਰ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਜੋ ਸਮੁੰਦਰੀ ਜੀਵਾਂ ਦੇ ਅਧਿਐਨ ਨੂੰ ਕੀ ਕਿਹਾ ਜਾਂਦਾ ਹੈ, ਉਤਪਾਦਨ ਦੇ ਅਧਿਐਨ ਨੂੰ ਕੀ ਕਿਹਾ ਜਾਂਦਾ, ਤਾਂ ਮੈਰੀਕਲਚਰ ਕਿਹਾ ਜਾਂਦਾ ਹੈ। ਇਹ ਪ੍ਰਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹਨ ਅਤੇ ਇਹ ਤੁਹਾਨੂੰ ਯਾਦ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਹੁਣ ਆਪਾਂ ਆਪਣੇ ਅਗਲੇ ਪ੍ਰਸ਼ਨਾਂ ਵੱਲ ਵੱਧਦੇ ਹਾਂ। ਇਹ ਕੁਝ ਫੁੱਲ ਫਾਰਮ ਹਨ ਜੋ ਤੁਹਾਨੂੰ ਯਾਦ ਕਰਨੀਆਂ ਬਹੁਤ ਜ਼ਿਆਦਾ ਜ਼ਰੂਰੀ ਹਨ। ਸਭ ਤੋਂ ਪਹਿਲਾਂ MSP ਦੀ ਜੋ ਫੁੱਲ ਫਾਰਮ ਹੈ, ਮਿਨੀਮਮ ਸਪੋਰਟ ਪ੍ਰਾਈਜ਼ ਹੈ। ਤੁਸੀਂ ਥੋੜ੍ਹੇ ਦਿਨ ਪਹਿਲਾਂ ਕੀ ਲਗਭਗ 1 ਸਾਲ ਹੋ ਗਿਆ ਕਿਸਾਨਾਂ ਨੂੰ ਦਿੱਲੀ ਵਿੱਚ ਧਰਨਾ ਲਗਾਏ। ਤੁਸੀਂ ਦੇਖਿਆ ਹੋਣਾ ਹੈ ਕਿ ਕਿਸਾਨ MSP ਦੀ ਅਪੀਲ ਕਰ ਰਹੇ ਸਨ। ਜੋ MSP ਹੈ, ਇਸ ਦੀ ਫੁੱਲ ਫਾਰਮ ਹੁੰਦੀ ਹੈ ਮਿਨੀਮਮ ਸਪੋਰਟ ਪ੍ਰਾਈਜ਼। ਇਹ ਪ੍ਰਸ਼ਨ ਬਹੁਤ ਵਾਰ ਰਿਪੀਟ ਹੁੰਦਾ ਹੈ। ਜੋ ਆਪਣਾ ਨੈਕਸਟ ਫੁੱਲ ਫਾਰਮ ਹੈ ਉਹ ਹੈ FCI। FCI ਦੀ ਫੁੱਲ ਫਾਰਮ ਤੁਸੀਂ ਪਹਿਲਾਂ ਵੀ ਪੜ੍ਹ ਚੁੱਕੇ ਹੋ, ਆਪਾਂ ਪਿੱਛੇ ਚਰਚਾ ਕੀਤੀ ਹੈ ਕਿ FCI ਦੀ ਫੁੱਲ ਫਾਰਮ ਫੂਡ ਕਾਰਪੋਰੇਸ਼ਨ ਆਫ ਇੰਡੀਆ ਹੁੰਦੀ ਹੈ। ਉਸ ਤੋਂ ਬਾਅਦ RRB ਜੋ ਰੀਜਨਲ ਰੂਰਲ ਬੈਂਕ ਹੈ, ਇਸ ਦੀ ਫੁੱਲ ਫਾਰਮ। ਜੋ RRB ਬੈਂਕ ਹੁੰਦੇ ਹਨ, ਆਪਾਂ ਪਿੱਛੇ ਨਬਾਰਡ ਬਾਰੇ ਵੀ ਚਰਚਾ ਕੀਤੀ ਹੈ। ਜੋ ਨਬਾਰਡ ਹੁੰਦਾ ਹੈ ਉਹ ਇਹਨਾਂ RRB ਬੈਂਕਾਂ ਦੀ ਜੋ ਦੇਖ ਰੇਖ ਕਰਦਾ ਹੈ ਅਤੇ ਇਹਨਾਂ ਨੂੰ ਜੋ ਫੰਡ ਜਾਂ ਲੋਨ ਜੋ ਕੁਝ ਵੀ ਦਿੰਦਾ ਹੈ ਉਹ ਨਬਾਰਡ ਦੇ ਅੰਡਰ ਹੁੰਦੇ ਹਨ। ਇਸ ਤੋਂ ਇਲਾਵਾ ਜੋ RBI ਹੈ, RBI ਦੀ ਫੁੱਲ ਫਾਰਮ ਰਿਜ਼ਰਵ ਬੈਂਕ ਆਫ ਇੰਡੀਆ ਹੈ। RBI ਦੀ ਜੋ ਫੁੱਲ ਫਾਰਮ ਹੈ ਰਿਜ਼ਰਵ ਬੈਂਕ ਆਫ ਇੰਡੀਆ ਹੈ ਅਤੇ ਜੋ RBI ਦਾ ਹੈੱਡਕੁਆਟਰ ਹੈ ਇਹ ਮੁੰਬਈ ਦੇ ਵਿੱਚ ਹੈ। ਇਹ ਵੀ ਤੁਹਾਨੂੰ ਯਾਦ ਹੋਣਾ ਬਹੁਤ ਜ਼ਰੂਰੀ ਹੈ। ਜੋ RBI ਦਾ ਹੈੱਡਕੁਆਟਰ ਹੈ ਮੁੰਬਈ ਦੇ ਵਿੱਚ ਹੈ। ਹੁਣ ਆਪਾਂ ਲਗਭਗ ਅੱਜ 25 ਤੋਂ 30 ਪ੍ਰਸ਼ਨਾਂ ਦੇ ਉੱਤੇ ਚਰਚਾ ਕੀਤੀ ਹੈ। ਤੁਹਾਨੂੰ ਇਹ ਪ੍ਰਸ਼ਨ ਕਿੱਦਾਂ ਦੇ ਲੱਗੇ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸੋ। ਜੇ ਤੁਸੀਂ PDF ਵੀ ਚਾਹੁੰਦੇ ਹੋ ਤਾਂ ਕਮੈਂਟ ਦੇ ਵਿੱਚ ਜ਼ਰੂਰ ਦੱਸੋ, ਅਸੀਂ ਤੁਹਾਨੂੰ PDF ਪ੍ਰੋਵਾਈਡ ਕਰਵਾਵਾਂਗੇ। ਤੁਸੀਂ ਸਾਡੇ ਚੈਨਲ ਨੂੰ VQ ਕਲਾਸਿਸ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਕਿ ਵੱਧ ਤੋਂ ਵੱਧ ਸਾਥੀ ਸਾਡੇ ਨਾਲ ਜੁੜ ਸਕਣ ਅਤੇ ਸਾਡਾ ਵੀ ਉਤਸ਼ਾਹ ਵਧੇ ਅਤੇ ਅਸੀਂ ਤੁਹਾਨੂੰ ਵਧੀਆ ਤੋਂ ਵਧੀਆ ਤਰੀਕੇ ਨਾਲ ਤਿਆਰੀ ਕਰਵਾ ਸਕੀਏ। ਸਾਡੇ ਚੈਨਲ ਨੂੰ ਸ਼ੇਅਰ ਜ਼ਰੂਰ ਕਰੋ। ਧੰਨਵਾਦ ਸਾਥੀਓ।